ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੁੰਜਾ ਸਕਫਰ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਇਸ ਖਾਸ ਪੇਸ਼ਕਸ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਹਫ਼ਤੇ ਦੇ ਵਿੱਚ ਜਿਹੜੇ ਵੀ ਕੰਮ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹਾਂ। ਸੋ ਬੀਤੇ ਹਫ਼ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ। ਕਿਸ ਮਸਲੇ ਨੂੰ ਲੈ ਕੇ ਮੁਲਾਕਾਤ ਹੋਈ, ਪੂਰੀ ਖਬਰ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਗੁੰਜਾ ਸਕਫਰ ਦੀਆਂ। ਸੱਜਣ ਕੁਮਾਰ ਨੂੰ ਇੱਕ ਮਾਮਲੇ ਦੇ ਵਿੱਚ ਬੇਲ ਮਿਲੀ, ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸੇ ਮਾਮਲੇ ਦੇ ਉੱਤੇ ਬੇਲ ਦੇ ਉੱਤੇ ਸਟੇ ਲਗਵਾਈ ਤੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧੀਆਂ ਨੂੰ ਕਰੜੇ ਹੱਥੀ ਵੀ ਲਿਆ ਗਿਆ। ਕੀ ਕੁਝ ਕਿਹਾ ਉਹਨਾਂ ਨੇ, ਆਓ ਸੁਣਦੇ ਹਾਂ। ਕੇਸ ਜਿਹੜਾ ਸੱਜਣ ਕੁਮਾਰ ਦੇ ਖਿਲਾਫ ਚੱਲ ਰਿਹਾ ਔਰ ਪਿਛਲੀ ਤਰੀਕ ਦੇ ਉੱਤੇ ਅਪ੍ਰੈਲ ਦੀ 27 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਕੋਰਟ ਨੇ ਉਹਦੀ ਬੇਲ ਦੇ ਉੱਤੇ ਗੱਲ ਕੀਤੀ, ਸਾਡੀ ਆਪੋਜੀਸ਼ਨ ਨੇ ਇਸ ਦਾ ਬਹੁਤ ਵੱਡਾ ਇਸ਼ੂ ਬਣਾਉਣ ਦੀ ਗੱਲ ਕੀਤੀ ਸੀ ਔਰ ਦਿੱਲੀ ਕਮੇਟੀ ਨੂੰ ਕਟਘਰੇ ਦੇ ਵਿੱਚ ਖੜੇ ਕਰਦੇ ਹੋਏ ਇਹ ਇਲਜ਼ਾਮ ਲਾਇਆ ਸੀ ਕਿ ਜੀ ਦਿੱਲੀ ਕਮੇਟੀ ਨੇ ਕੇਸ ਪੈਰਵੀ ਨਹੀਂ ਕੀਤੇ ਔਰ ਇਹਦੇ ਕਰਕੇ ਸੱਜਣ ਕੁਮਾਰ ਨੂੰ ਬੇਲ ਮਿਲ ਗਈ ਹੈ। ਅਸੀਂ ਉਸ ਵਕਤ ਵੀ ਦੱਸਿਆ ਸੀ ਕਿ ਲਗਾਤਾਰ ਸਾਡੇ ਵਕੀਲ ਸਰਦਾਰ ਗੁਰਬਖਸ਼ ਸਿੰਘ ਜੀ ਜਿਹਨਾਂ ਨਾਲ ਬੈਠੇ ਸੀ, ਉਹਨਾਂ ਨੇ ਵੀ ਤੁਹਾਨੂੰ ਪੂਰੀ ਡਿਟੇਲ ਦੱਸੀ ਸੀ ਕਿ ਇਹ ਲੜਾਈ ਸ਼ੁਰੂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੜਦੀ ਆ ਰਹੀ ਹੈ ਔਰ ਜਿੱਥੇ ਕੋਰਟ ਦੇ ਵਿੱਚ ਜਿਸ ਵਕਤ ਬਹਿਸ ਆ ਜਾਂਦੀ ਹੈ ਉਹਦੇ ਵਿੱਚ ਵਕਾਲਤਨਾਮੇ ਦੀ ਲੋੜ ਹੈ ਔਰ ਪਰਿਵਾਰ ਵੱਲੋਂ ਵਕਾਲਤਨਾਮਾ ਨਹੀਂ ਸੀ। ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ SIT ਦੇ ਨਾਲ ਕੋਰਸਪੋਂਡੈਂਸ ਕੀਤੀ ਆ, ਉਹਨਾਂ ਦੇ ਨਾਲ ਗੱਲਬਾਤ ਤੋਂ ਬਾਅਦ ਪਰਿਵਾਰ ਕੋਲੋਂ ਵਕਾਲਤਨਾਮਾ ਲੈ ਕੇ ਕੱਲ੍ਹ ਇਹ ਜਿਹੜੀ ਤਰੀਕ ਲੱਗੀ ਹੈ ਸੱਜਣ ਕੁਮਾਰ ਦੀ, ਉਹਦੀ ਉਸ ਬੇਲ ਦੇ ਉੱਤੇ ਸਟੇ ਲੈ ਲਿਆ ਗਿਆ ਔਰ ਇਹ ਜਿਹੜਾ ਸਭ ਕੁਝ ਸਮੁੱਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਕੀਤਾ ਔਰ ਸਾਡੇ ਵਕੀਲ ਸਾਹਿਬ ਨੇ ਇਹਦੇ ਉੱਤੇ ਜਿਹੜੀ ਆਪਣੀ ਮੈਂ ਸਮਝਦਾ ਕਿ ਜੋ ਸੂਝ-ਬੂਝ ਦੇ ਨਾਲ ਜੋ ਪੈਰਵੀ ਰੱਖਦੇ ਹੋ ਇਸ ਕੋਰਟ ਦੇ ਵਿੱਚ ਰੱਖੀ ਹੈ ਉਹ ਵਾਕਈ ਇੱਕ ਲਾਮਿਸਾਲ ਸੀ। ਸੋ ਮੈਂ ਅੱਜ ਮੀਡੀਆ ਰਾਹੀਂ ਇਸ ਗੱਲ ਨੂੰ ਜ਼ਰੂਰ ਦੱਸਣਾ ਚਾਹੁੰਦਾ ਉਹਨਾਂ ਲੋਕਾਂ ਨੂੰ, ਉਹਨਾਂ ਵਿਰੋਧੀਆਂ ਨਾਲ ਜਿਨ੍ਹਾਂ ਨੇ ਇੱਕ ਟੀਚਾ ਲਿਆ ਹੋਇਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਮੁੱਦੇ ਦੇ ਉੱਤੇ ਭੰਨਣ ਦਾ, ਉਹਦੀ ਬਦਖੋਈ ਕਰਨ ਦਾ ਔਰ ਉਹਦੇ ਨਾਲ ਇੰਸਟੀਟਿਊਟ ਪੂਰੀ ਕਮੇਟੀ ਨੂੰ ਬਦਨਾਮ ਕਰਨ ਦੀ ਇਹਨਾਂ ਨੇ ਜਿਹੜੀ ਇੱਕ ਰੱਖੀ ਹੋਈ ਹੈ। ਅੱਜ ਉਹਨਾਂ ਨੂੰ ਇੱਕ ਹੋਰ ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਪਈ ਹੈ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਉਸ ਵਕਤ ਕਿੰਤੂ ਪਰੰਤੂ ਕੀਤੀਆਂ ਸੀ। ਕੋਰਟ ਦੇ ਵਿੱਚ ਇਹਦੀ ਸੰਜੀਦਗੀ ਦੇ ਨਾਲ ਜਿਹੜੇ ਹੈ ਕੇਸ ਲੜਿਆ ਜਾ ਰਿਹਾ। ਮੈਂ ਧੰਨਵਾਦ ਉਹਨਾਂ ਦਾ, ਵਕੀਲ ਸਾਹਿਬਾਂ ਦਾ ਵੀ ਕਰਾਂਗਾ, ਪਰਿਵਾਰ ਦਾ ਵੀ ਕਰਾਂਗਾ ਕਿਉਂਕਿ ਉਹਨਾਂ ਦਾ ਨਾਮ ਡਿਸਕਲੋਜ਼ ਕਰਨ ਨੂੰ ਅਸੀਂ ਮਨਾ ਕੀਤਾ ਸੀ। ਪਰਿਵਾਰ ਦਾ ਵੀ ਕਰਾਂਗਾ ਕਿਉਂਕਿ ਉਹਨਾਂ ਨੇ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਨੂੰ ਇਹ ਵਕਾਲਤਨਾਮਾ ਦਿੱਤਾ। ਕੇਸ ਦੀ ਪੂਰੀ ਬਾਰੀਕੀ ਔਰ ਉਹਦੇ ਬਾਰੇ ਤੁਹਾਨੂੰ ਸਰਦਾਰ ਜਗਦੀਪ ਸਿੰਘ ਕਾਲੋ ਸਾਹਿਬ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਕੱਲ੍ਹ ਕੋਰਟ ਦੇ ਵਿੱਚ ਪੈਰਵੀ ਹੋਈ ਹੈ। ਮਗਰ ਮੈਂ ਇੱਕੋ ਗੱਲ ਜ਼ਰੂਰ ਕਰਨਾ ਚਾਹੁੰਦਾ ਉਹਨਾਂ ਲੋਕਾਂ ਨੂੰ ਖਾਸ ਤੌਰ 'ਤੇ ਕਿ ਤੁਸੀਂ ਜਿੰਨੀਆਂ ਮਰਜ਼ੀਆਂ ਕੋਸ਼ਿਸ਼ਾਂ ਕਰ ਲਓ ਕਮੇਟੀ ਨੂੰ ਬਦਨਾਮ ਕਰਨ ਦੀ ਆ, ਕਮੇਟੀ ਨੂੰ ਢਾਹ ਲਾਉਣ ਦੀ ਆ, ਮਗਰ ਗੁਰੂ ਮਹਾਰਾਜ ਹਮੇਸ਼ਾ ਅੰਗ ਸੰਗ ਸਾਈ ਉਹਨਾਂ ਲੋਕਾਂ ਦੇ ਹੁੰਦੇ ਆ ਜਿਹੜੇ ਆਪ ਗੁਰੂ ਦਾ ਓਟ ਆਸਰਾ ਲੈ ਕੇ ਕੰਮ ਕਰਦੇ ਆ ਔਰ ਗੁਰੂ ਮਹਾਰਾਜ ਨੇ ਇਹ ਪੂਰੀ ਸਮੁੱਚੀ ਕੌਮ ਦੀ ਅੱਜ ਪੱਤ ਰੱਖੀ ਹੈ ਕਿ ਇਹ ਜਿਹੜੇ ਸਟੇ ਲੱਗਿਆ ਬੇਲ ਦੇ ਉੱਤੇ, ਜਿਹਨੂੰ ਇਹ ਕਹੀ ਜਾ ਰਹੇ ਸੀ ਕਿ ਬੇਲ ਹੋ ਗਈ, ਜਿਹਦੇ ਵਿੱਚ ਹਲੇ ਕੋਈ ਇਹੋ ਜਿਹੀ ਗੱਲ ਨਹੀਂ ਸੀ ਔਰ ਇਹ ਕੇਸ ਵੀ ਮੇਨ ਕੇਸ ਨਹੀਂ ਹੈ, ਮਗਰ ਜਿਹਦੇ ਉੱਤੇ ਲਗਾਤਾਰ ਇਹਨਾਂ ਨੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੀਆਂ ਗੱਲਾਂ ਤੋਂ ਗੁਰੇਜ਼ ਕਰੋ ਔਰ ਅੱਜ ਜਿਹੜਾ ਦਿੱਲੀ ਕਮੇਟੀ ਨੇ ਇਹ ਮੱਲ ਮਾਰੀ ਹੈ, ਜਿਹੜਾ ਜਿੱਤ ਹੋਈ ਹੈ, ਇਹ ਸਮੁੱਚੀ ਕੌਮ ਦੀ ਜਿੱਤ ਹੋਈ ਹੈ ਔਰ ਇਸ ਤਰੀਕੇ ਦੇ ਨਾਲ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਾਂਗੇ। ਸੱਜਣ ਕੁਮਾਰ ਦਾ ਜਿਹੜਾ ਇਸ਼ੂ ਹੈ, ਕਿਉਂਕਿ ਇਹ ਬਹੁਤ ਹੀ ਗੰਭੀਰ ਵਿਸ਼ਾ ਹੈ। ਸੱਜਣ ਕੁਮਾਰ ਨੇ 1984 ਦੇ ਵਿੱਚ ਇਸ ਦਾ ਅਹਿਮ ਰੋਲ ਰਿਹਾ ਔਰ ਹਰ ਜਗ੍ਹਾ ਦੇ ਉੱਤੇ ਜਿੱਥੇ ਜਿੱਥੇ ਵੀ FIR ਦਰਜ ਹੋਈ ਇਹਦੇ ਖਿਲਾਫ ਉਸ ਮੌਬ ਨੂੰ ਇਹਨੇ ਲੀਡ ਕੀਤਾ ਔਰ ਇੱਕ ਕੇਸ ਦੇ ਵਿੱਚ ਇਸ ਨੂੰ ਉਮਰ ਕੈਦ ਵੀ ਆ, ਜਿਹੜਾ ਕਿ ਹੁਣ ਇਹ ਜੇਲ੍ਹ ਦੇ ਵਿੱਚ ਬੰਦ ਹੈ। ਪਿੱਛੇ 27 ਅਪ੍ਰੈਲ ਨੂੰ ਇੱਕ ਕੇਸ ਦੇ ਵਿੱਚ ਜਿਹੜਾ ਸਰਸਵਤੀ ਵਿਹਾਰ ਥਾਣੇ ਦਾ ਕੇਸ ਸੀ, ਉਸ ਕੇਸ ਦੇ ਵਿੱਚ ਸੱਜਣ ਕੁਮਾਰ ਨੂੰ ਬੇਲ ਗ੍ਰਾਂਟ ਹੋਈ ਸੀ। ਉਸ ਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਸੀ ਕਿਉਂਕਿ ਉਹ ਜੋ ਪਰਿਵਾਰ ਸੀ ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ ਸੀ, ਸਰਦਾਰ ਜਸਵੰਤ ਸਿੰਘ ਤੇ ਉਹਨਾਂ ਦੇ ਬੇਟੇ ਸਰਦਾਰ ਤਰਨਦੀਪ ਸਿੰਘ, ਤੇ ਉਹਨਾਂ ਦੇ ਪਰਿਵਾਰ ਵੱਲੋਂ ਉਸ ਤੋਂ ਬਾਅਦ ਵਕਾਲਤਨਾਮਾ ਦੇਣ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਨਾ ਕਰ ਦਿੱਤਾ ਗਿਆ ਸੀ। ਹਾਲਾਂਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀ, ਲੇਕਿਨ ਕਿਉਂਕਿ ਅਸੀਂ ਉਸ ਦੇ ਵਿੱਚ ਦਿੱਲੀ ਕਮੇਟੀ ਵੱਲੋਂ
ਆਰਗੂ ਨਹੀਂ ਕਰ ਸਕੇ, ਅਸੀਂ ਉਹਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਸਕੇ ਸੀ, ਜਿਹਦੇ ਕਰਕੇ ਸਾਡੇ ਉੱਤੇ ਵਿਰੋਧੀਆਂ ਵੱਲੋਂ ਬਹੁਤ ਵੱਡੇ ਇਲਜ਼ਾਮ ਲਗਾਏ ਗਏ ਸੀ। ਲੇਕਿਨ ਅਸੀਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਸ ਗੱਲ ਨੂੰ ਸੁਨਿਸ਼ਚਿਤ ਕੀਤਾ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਹਾਲਤ ਦੇ ਵਿੱਚ ਕੋਸ਼ਿਸ਼ ਕਰੇਗੀ, ਪਰਿਵਾਰ ਦੇ ਅੱਗੇ ਅਸੀਂ ਚਾਹੇ ਸਾਨੂੰ ਹੱਥ ਪੈਰ ਜੋੜਨਾ ਪਵੇ, ਕੌਮ ਦਾ ਵਾਸਤਾ ਪਾਣਾ ਪਵੇ, ਅਸੀਂ ਵਕਾਲਤਨਾਮਾ ਸਾਈਨ ਕਰਵਾ ਕੇ, ਔਰ ਇਹ ਜੋ ਬੇਲ ਹੋਈ ਸੀ, ਹਾਲਾਂਕਿ ਉਸ ਬੇਲ ਦੇ ਨਾਲ ਕੋਈ ਸੱਜਣ ਕੁਮਾਰ ਜੇਲ੍ਹ ਤੋਂ ਬਾਹਰ ਨਹੀਂ ਆਉਣ ਵਾਲਾ ਸੀ, ਪਰ ਕਿਉਂਕਿ ਕਿਸੇ ਵੀ ਕੇਸ ਦੇ ਵਿੱਚ ਬੇਲ ਕਿਉਂ ਹੋਵੇ, ਇਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸੁਨਿਸ਼ਚਿਤ ਕੀਤਾ ਗਿਆ। ਵਕਾਲਤਨਾਮਾ ਪਰਿਵਾਰ ਵੱਲੋਂ ਸਾਈਨ ਕਰਵਾਇਆ ਗਿਆ। ਉਸ ਤੋਂ ਬਾਅਦ ਲਗਾਤਾਰ ਅਸੀਂ SIT ਦੇ ਅਧਿਕਾਰੀਆਂ ਦੇ ਟੱਚ ਦੇ ਵਿੱਚ ਸੀ, ਉਹਨਾਂ ਨੂੰ ਅਸੀਂ ਰਿਕੁਐਸਟ ਵੀ ਕੀਤੀ। ਸਾਡੇ ਵਕੀਲ ਸਰਦਾਰ ਗੁਰਬਖਸ਼ ਸਿੰਘ ਹੋਰੀ ਲਗਾਤਾਰ ਤਾਲਮੇਲ ਬਣਾ ਰਹੇ ਸਨ। ਉਸ ਜ਼ਮਾਨਤ ਦੇ ਖਿਲਾਫ ਮਾਨਯੋਗ ਦਿੱਲੀ ਹਾਈ ਕੋਰਟ ਦੇ ਵਿੱਚ ਅਸੀਂ ਅਪੀਲ ਫਾਈਲ ਕੀਤੀ, SIT ਵੱਲੋਂ ਅਪੀਲ ਫਾਈਲ ਕੀਤੀ ਗਈ। ਉਸ ਦੇ ਵਿੱਚ ਜਦੋਂ ਆਰਗੂਮੈਂਟ ਹੋਏ, ਆਪਣਾ ਪੱਖ ਰੱਖਿਆ ਗਿਆ, ਉਸ ਦੌਰਾਨ ਸੁਣਵਾਈ ਦੇ ਦੌਰਾਨ ਜੱਜ ਸਾਹਿਬ ਨੇ ਇਹ ਮਹਿਸੂਸ ਕੀਤਾ, ਔਰ ਮੈਂ ਸਮਝਦਾ ਮੈਂ ਧੰਨਵਾਦ ਵੀ ਕਰਦਾ ਹਾਂ ਜੱਜ ਸਾਹਿਬ ਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਫੈਸਲਾ ਦਿੱਤਾ ਹੈ ਕਿ ਇਹ ਬਹੁਤ ਹੀ ਹੀਨੀਅਸ ਕ੍ਰਾਈਮ ਹੈ, ਔਰ ਇਹਦੇ ਵਿੱਚ ਜਿਹੜੇ ਗਵਾਹ ਹੈ ਇਸ ਕੇਸ ਦੇ ਵਿੱਚ, ਕਿਉਂਕਿ ਇਸ ਦੇ ਵਿੱਚ ਸੱਜਣ ਕੁਮਾਰ ਚਾਰਜ ਸ਼ੀਟਡ ਹੋਇਆ, ਉਸ ਦੀ ਗਵਾਹੀ ਹੋਣੀ ਹੈ। ਸੋ ਉਸ ਗਵਾਹੀ ਨਿਰਪੱਖ ਤਰੀਕੇ ਦੇ ਨਾਲ ਹੋਵੇ, ਇਸ ਕਰਕੇ ਸੱਜਣ ਕੁਮਾਰ ਜੇਲ੍ਹ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਔਰ ਉਹ ਜੋ ਬੇਲ ਹੋਈ ਸੀ, ਉਸ ਬੇਲ ਦੇ ਉੱਤੇ ਮਾਨਯੋਗ ਦਿੱਲੀ ਹਾਈ ਕੋਰਟ ਵੱਲੋਂ ਸਟੇ ਲਗਾ ਦਿੱਤਾ ਗਿਆ ਹੈ। ਇਹ ਮੈਂ ਤੁਹਾਡੇ ਨਾਲ ਇਹ ਜਿਹੜੀ FIR ਸੀ 458 ਨੰਬਰ ਸਰਸਵਤੀ ਵਿਹਾਰ ਥਾਣੇ ਦੀ ਸੀ, ਜਿਹਦੇ ਵਿੱਚ ਇਹ ਆਰਡਰ ਹੋਇਆ ਸੀ, ਔਰ ਹੁਣ ਇਹ ਆਰਡਰ ਜਿਹੜਾ ਬੇਲ ਦਾ ਇਹ ਸਟੇ ਹੋ ਗਿਆ। ਸੱਜਣ ਕੁਮਾਰ ਦੇ ਖਿਲਾਫ ਜੀ ਇੱਕ ਤੇ ਇਹ 458 ਨੰਬਰ ਜਿਹੜੀ FIR ਹੈ ਇਹ ਪੈਂਡਿੰਗ ਹੈ। ਇਸ ਤੋਂ ਇਲਾਵਾ ਰੋਜ਼ ਐਵੇਨਿਊ ਦੇ ਵਿੱਚ ਇਹ ਸੱਜਣ ਕੁਮਾਰ ਦੇ ਖਿਲਾਫ ਜੋ ਸੁਲਤਾਨਪੁਰੀ ਦੀ 3 FIR ਹੈ, ਉਹਨਾਂ ਦਾ ਕੇਸ ਚੱਲ ਰਿਹਾ, ਉਸ ਦੀ ਗਵਾਹੀ ਹੋ ਰਹੀ ਹੈ, ਔਰ ਉਹ ਵੀ ਗਵਾਹੀ ਕਰੀਬ ਕਾਫੀ ਹੱਦ ਤੱਕ ਜਿਹੜੀ ਗਵਾਹੀਆਂ ਕਨਕਲੂਡ ਹੋ ਚੁੱਕੀਆਂ, ਔਰ ਸਾਨੂੰ ਪੂਰਾ ਵਿਸ਼ਵਾਸ ਹੈ, ਪੂਰਾ ਭਰੋਸਾ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ, ਮਾਨਯੋਗ ਅਦਾਲਤ ਦੇ ਉੱਤੇ, ਕਿ ਜਿਸ ਤਰ੍ਹਾਂ ਸੱਜਣ ਕੁਮਾਰ ਨੂੰ ਉਸ ਦੇ ਕੀਤੇ ਦਾ ਫਲ ਮਿਲਿਆ, ਇਸੇ ਤਰ੍ਹਾਂ ਹੀ ਇਸ ਕੇਸ ਦੇ ਵਿੱਚ ਵੀ ਉਸ ਨੂੰ ਜਿਹੜੀ ਆ ਸਖਤ ਤੋਂ ਸਖਤ ਸਜ਼ਾ ਮਿਲੇਗੀ, ਕਿਉਂਕਿ ਅਸੀਂ ਹਮੇਸ਼ਾ ਫਾਂਸੀ ਦੀ ਸਜ਼ਾ ਕਰਦੇ ਹਾਂ ਜਿੰਨਾ ਇਹਨੇ ਵੱਡਾ ਕ੍ਰਾਈਮ ਕੀਤਾ ਹੈ। ਉਹ ਸਾਨੂੰ ਯਕੀਨ ਹੈ ਕਿ ਮਾਨਯੋਗ ਅਦਾਲਤ ਜਿਹੜੀ ਆ ਉਹ ਇਹ ਸਿੱਖਾਂ ਦੇ ਸੈਂਟੀਮੈਂਟਸ ਨੂੰ ਮੁੱਖ ਰੱਖਦੇ ਹੋਏ ਔਰ ਉਸ ਦੇ ਕ੍ਰਾਈਮ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਬਣਦੀ ਸਜ਼ਾ ਜਿਹੜੀ ਆ ਜ਼ਰੂਰ ਦਿੱਤੀ ਜਾਏ। ਸੱਜਣ ਕੁਮਾਰ ਤੋਂ ਇਲਾਵਾ ਜਗਦੀਸ਼ ਟਾਈਟਲਰ ਦਾ ਜਿਹੜਾ ਕੇਸ ਹੈ ਉਹ ਵੀ ਰੋਜ਼ ਐਵੇਨਿਊ ਦੇ ਵਿੱਚ ਚੱਲ ਰਿਹਾ, ਉਸ ਦੇ ਵਿੱਚ ਵੀ CBI ਨੇ ਆਪਣੀ ਰਿਪੋਰਟ ਜਿਹੜੀ ਆ ਇੰਟਰਮ ਰਿਪੋਰਟ ਫਾਈਲ ਕੀਤੀ ਹੈ, ਉਸ ਦੀ ਲਗਾਤਾਰ ਸੁਣਵਾਈ ਹੋ ਰਹੀ ਹੈ। ਇਸ ਤੋਂ ਇਲਾਵਾ ਟਰਾਂਸ ਜਮਨਾ ਦਾ ਇੱਕ ਕੇਸ ਹੈ, ਉਸ ਦੇ ਵਿੱਚ ਵੀ 12 ਲੋਕ ਨਾਮਜ਼ਦ ਹੈ, ਚਾਰਜ ਸ਼ੀਟ ਫਾਈਲ ਹੋ ਚੁੱਕੀ ਹੈ, ਔਰ ਉਸ ਦੀਆਂ ਵੀ ਐਵੀਡੈਂਸਿਸ ਚੱਲ ਰਹੀਆਂ। ਇਸ ਤੋਂ ਇਲਾਵਾ ਮੈਂ ਅੱਜ ਇੱਕ ਹੋਰ ਜਿਹੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਕਿ ਕਾਨਪੁਰ ਦੇ ਜੋ ਦੰਗਾ 1984 ਦੇ ਵਿੱਚ ਹੋਇਆ, ਉਸ ਦੇ ਵਿੱਚ ਵੀ SIT ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅਸੀਂ ਪਟੀਸ਼ਨ ਪਾਈ ਸੀ, ਤੇ ਮਾਨਯੋਗ ਸੁਪਰੀਮ ਕੋਰਟ ਅਦਾਲਤ ਵੱਲੋਂ SIT ਬਣਾਉਣ ਦਾ ਆਰਡਰ ਹੋਇਆ ਸੀ। ਉਸ ਦੇ ਵਿੱਚ SIT ਨੇ, ਕਿਉਂਕਿ ਸਾਡੀ ਲਗਾਤਾਰ ਉਹਦੇ 'ਚ ਕੋਸ਼ਿਸ਼ ਚੱਲਦੀ ਰਹੀ, ਸਾਡੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਕਾਨਪੁਰ ਦੇ ਰਿਪਰੈਜ਼ੈਂਟੇਟਿਵ ਹੈ ਸਰਦਾਰ ਸੁਰਜੀਤ ਸਿੰਘ ਉਬਰਾਏ ਜੀ, ਉਹਨਾਂ ਨੇ ਲਗਾਤਾਰ ਅਣਥੱਕ ਮਿਹਨਤ ਕੀਤੀ। ਸੋ ਉਸ ਦੇ ਵਿੱਚ 11 ਲੋਕਾਂ ਦੀ ਪਹਿਲੇ ਗ੍ਰਿਫਤਾਰੀ ਹੋ ਚੁੱਕੀ ਸੀ, ਔਰ ਮੈਂ ਲੇਟੈਸਟ ਖਬਰ ਆਪ ਜੀ ਨੂੰ ਦੇਣਾ ਚਾਹੁੰਦਾ ਹੈ ਕਿ ਕੱਲ 2 ਗ੍ਰਿਫਤਾਰੀਆਂ ਉਸ ਦੇ ਵਿੱਚ ਹੋਰ ਹੋਈਆਂ, ਜਿਹਦੇ ਵਿੱਚ ਗੋਪਾਲ ਗੁਪਤਾ ਉਰਫ ਬੱਬੂ ਪੁੱਤਰ ਸ਼ਹਿਜ਼ਾਦੇ ਲਾਲ ਗੁਪਤਾ, ਔਰ ਦੂਸਰੀ ਗ੍ਰਿਫਤਾਰੀ ਜਿਹੜੀ ਹੋਈ ਹੈ ਜਤਿੰਦਰ ਕੁਮਾਰ ਤਿਵਾਰੀ ਪੁੱਤਰ ਰਾਜ ਬਾਬੂ ਤਿਵਾਰੀ। ਇਹ 2 ਗ੍ਰਿਫਤਾਰੀਆਂ ਉਸ ਕੇਸ ਦੇ ਵਿੱਚ ਕੱਲ ਹੋਰ ਹੋਈਆਂ, ਔਰ ਹੁਣ ਤੱਕ ਕੁੱਲ ਮਿਲਾ ਕੇ 13 ਗ੍ਰਿਫਤਾਰੀਆਂ ਜਿਹੜੀਆਂ ਹੈ ਕਾਨਪੁਰ ਦੇ SIT ਜਿਹੜੀ ਆ ਉਹ ਕਰ ਚੁੱਕੀ ਆ, ਔਰ ਜਿਹੜੇ ਬਾਕੀ ਆ ਉਹਦੇ ਵਿੱਚ ਚਾਰਜ ਸ਼ੀਟ ਹੋਏ ਆ, ਉਹਨਾਂ ਦੀ ਵੀ ਲਗਾਤਾਰ ਛਾਪੇਮਾਰੀ ਜਾਰੀ ਆ, ਕਿਉਂਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਫਰਾਰ ਹੈ, ਅੱਗੇ ਪਿੱਛੇ ਹੋਏ ਆ, ਲੇਕਿਨ SIT ਕੋਸ਼ਿਸ਼ ਕਰ ਰਹੀ ਆ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕਾਨਪੁਰ SIT ਦੇ ਨਾਲ ਵੀ ਸਾਡੇ ਉੱਤੇ ਰਿਪਰੈਜ਼ੈਂਟੇਟਿਵ ਜਿਹੜੇ ਆ ਉਬਰਾਏ ਸਾਹਿਬ ਉਹ ਲਗਾਤਾਰ ਤਾਲਮੇਲ ਬਣਾਏ ਹੋਏ ਆ, ਔਰ ਅਸੀਂ ਉੱਥੇ ਕਾਨਪੁਰ ਦੇ ਵੀ ਜਿੰਨੇ ਵੀ ਦੋਸ਼ੀ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਸਲਾਖਾਂ ਦੇ ਪਿੱਛੇ ਬਹੁਤ ਜਲਦੀ ਭੇਜਾਂਗੇ। 35 ਸਾਲ ਤੱਕ ਤੇ ਇਨਸਾਫ ਹੋਇਆ ਹੀ ਨਹੀਂ ਗਿਆ, FIR ਤੱਕ ਕਲੋਜ਼ ਕਰ ਦਿੱਤੀਆਂ ਗਈਆਂ, CBI ਦੀ ਕਲੋਜ਼ਰ ਫਾਈਲ ਬਾਰ-ਬਾਰ ਸੱਜਣ ਕੁਮਾਰ ਦੇ ਕੇਸ, ਜਗਦੀਸ਼ ਟਾਈਟਲਰ ਕੇਸ ਦੇ ਵਿੱਚ ਹੋਈ ਗਈ,
ਲੇਕਿਨ ਇਹ ਸਾਡੀ ਜਦੋਂ ਕਮੇਟੀ ਆਈ, ਖਾਸ ਕਰਕੇ ਮੈਂ 2019 ਤੋਂ ਬਾਅਦ ਦੀ 2018 2019 ਤੋਂ ਬਾਅਦ ਦੀ ਲਗਾਤਾਰ ਜੋ ਨਿਰੰਤਰ ਕੋਸ਼ਿਸ਼ ਸਾਡੀ ਕਮੇਟੀ ਵੱਲੋਂ ਹੋ ਰਹੀ ਹੈ ਔਰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ ਔਰ ਯੂਪੀ ਦੇ ਵਿੱਚ ਮੈਂ ਗੱਲ ਕਰਾਂ ਤੇ ਉੱਥੋਂ ਦੇ ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ ਜੀ, ਇਹਨਾਂ ਦੀ ਜੋ ਕੋਸ਼ਿਸ਼ ਹੈ ਉਸ ਦੇ ਸਦਕਾ ਹੀ ਜੋ CBI ਵੱਲੋਂ, SIT ਵੱਲੋਂ ਔਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅਣਥੱਕ ਪ੍ਰਯਾਸਾਂ ਦੇ ਕਰਕੇ ਹੀ ਜਿਹੜੀ 2018 ਤੋਂ ਬਾਅਦ ਲਗਾਤਾਰ ਰਿਜ਼ਲਟ ਆ ਰਹੇ ਆ ਕਿ ਦੋਸ਼ੀ ਲੱਖਾਂ ਦੇ ਪਿੱਛੇ ਜਾ ਰਹੇ ਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰ ਕੋਈ ਜਥੇਬੰਦੀ ਜਿਹੜੀ ਆ ਉਹ ਪੈਰਵਾਈ ਨਹੀਂ ਕਰ ਰਹੀ। ਜਿੰਨੇ ਵੀ ਕੇਸ ਹੈ ਜਾਂ ਉਹ CBI ਵੱਲੋਂ ਸੀ, SIT ਵੱਲੋਂ ਸੀ ਤੇ ਜਿਹਦੇ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਪੈਰਵਾਈ ਕਰ ਰਹੀ ਆ, ਉਹ ਸਾਰੇ ਕੇਸਾਂ ਦੀ ਜ਼ਿੰਮੇਵਾਰੀ ਪੈਰਵਾਈ ਜਿਹੜੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਸੋ ਇਹ ਸਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ। ਗੁੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਸਣੇ ਕਈ ਹੋਰ ਮੈਂਬਰ ਮੌਜੂਦ ਰਹੇ। ਇਸ ਵਫਦ ਨੇ ਕਈ ਵਿਸ਼ੇ ਅਮਿਤ ਸ਼ਾਹ ਦੇ ਸਾਹਮਣੇ ਰੱਖੇ, ਜਿਵੇਂ ਕਿ ਯੂਨੀਵਰਸਿਟੀ ਦਾ ਮਸਲਾ ਹੋਵੇ ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਸਲਾ ਹੋਵੇ। ਇਹ ਸਾਰੇ ਮਸਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਵਫਦ ਨੇ ਅਮਿਤ ਸ਼ਾਹ ਦੇ ਧਿਆਨ ਦੇ ਵਿੱਚ ਲਿਆਂਦੇ। ਪਹਿਲੀ ਗੱਲ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਨ ਗਏ ਸੀ ਕਿਉਂਕਿ 400 ਸਾਲਾਂ ਤੋਂ ਬਾਅਦ ਉਹ ਲਗਾਤਾਰ ਬਿਜ਼ੀ ਰਹੇ ਹੈ ਔਰ ਜੋ 400 ਸਾਲਾ ਪ੍ਰੋਗਰਾਮ ਲਾਲ ਕਿਲੇ ਦੇ ਉੱਤੇ ਹੋਇਆ, ਸਰਕਾਰ ਦਾ ਉਹਨਾਂ ਦਾ ਧੰਨਵਾਦ ਕੀਤਾ। ਨਾਲ ਜਿਹੜੀਆਂ ਡਿਮਾਂਡਸ ਅਸੀਂ ਵਰਬਲੀ ਉਹਨਾਂ ਨਾਲ ਗੱਲ ਕੀਤੀਆਂ ਸੀ, ਯੂਨੀਵਰਸਿਟੀ ਨੂੰ ਲੈ ਕੇ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ ਦੀ, ਇਹ ਸਾਰੀਆਂ ਅਸੀਂ ਲਿਖਤ ਤੌਰ ਤੇ ਨਾਲ ਲੈ ਕੇ ਗਏ ਹਾਂ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਜਿਹੜੀ ਯੂਨੀਵਰਸਿਟੀ ਦੀ ਪ੍ਰਪੋਜ਼ਲਸ ਹੈ ਜਾਂ ਤੁਹਾਡੇ ਜਿਹੜੇ ਹੋਰ ਮਸਲੇ ਨੇ 5-6 ਮਸਲੇ ਇਹੋ ਜਿਹੇ ਸੀ, ਅਸੀਂ ਉਹਨਾਂ ਦੇ ਉੱਤੇ ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਨੇ ਸਾਡੇ ਨਾਲ ਡਿਸਕਸ਼ਨਸ ਵੀ ਹੋਈਆਂ ਨੇ ਔਰ ਅਸੀਂ ਉਹਨਾਂ ਦਾ ਬੇਸਿਕਲੀ ਅਸੀਂ ਕਰਟਸੀ ਵਾਈਜ਼ ਉਹਨਾਂ ਨੂੰ ਧੰਨਵਾਦ ਕਰਨ ਗਏ ਸੀ ਕਿ ਤੁਸੀਂ ਇੰਨਾ ਵੱਡਾ ਕੰਮ ਕੀਤਾ ਔਰ ਇਨਵਾਈਟ ਕਰਨ ਗਏ ਸੀ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਤੁਸੀਂ ਗੁਰਪੁਰਬ ਤੇ ਆਓ, ਅਸੀਂ ਕੌਮ ਵੱਲੋਂ ਤੁਹਾਨੂੰ ਉੱਥੇ ਸਨਮਾਨਿਤ ਕਰਾਂਗੇ। ਗੁੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੁਰਬਾਣੀ ਵਿਰਸਾ ਸੰਭਾਲ ਸਤਸੰਗ ਸਭਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੀਰਤਨ ਸਮਾਗਮ ਕਰਵਾਇਆ ਗਿਆ। ਇਹ ਕੀਰਤਨ ਸਮਾਗਮ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਤਨੀ ਗੁਰੂ ਕੇ ਮਹਿਲ ਬੀਬੀ ਨਾਨਕੀ ਜੀ ਦੀ ਯਾਦ ਵਿੱਚ ਕਰਵਾਇਆ ਗਿਆ।
ਕਿਉਂਕਿ ਕਈ ਵਾਰੀ ਦੇਖਦੇ ਹਾਂ ਅਸੀਂ ਟੀਵੀ ਦੇ ਵਿੱਚ ਵੀ ਖਬਰ ਜਾਂ ਉੱਦਾਂ WhatsApp ਤੇ ਵੀ ਦੇਖਦੇ ਹਾਂ ਕਿ ਸਾਡੇ ਅੱਜ ਕੱਲ ਬੱਚਿਆਂ ਨੂੰ ਕੀ ਮੈਂ ਵੇਖਿਆ ਕਿ ਬੱਚਿਆਂ ਦੇ ਪੇਰੈਂਟਸ ਨੂੰ ਇਹ 10 ਗੁਰੂਆਂ ਦੇ ਨਾਂ ਯਾਦ ਨਹੀਂ, 5 ਪਿਆਰਿਆਂ ਦੇ 4 ਸਾਹਿਬਜ਼ਾਦਿਆਂ ਦੇ ਨਾਂ ਪੁੱਛ ਲਓ ਤੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਆ। ਬਹੁਤ ਜ਼ਰੂਰੀ ਹੈ ਗੁਰਮਤਿ ਅਨੁਸਾਰ ਜਿਹੜੇ ਅਸੀਂ ਗੁਰੂ ਮਹਿਲ ਗੁਰੂ ਬੱਚੀਆਂ ਗੁਰੂ ਮਾਵਾਂ ਦੇ ਦਿਹਾੜੇ ਮਨਾਉਂਦੇ ਆ। ਮਕਸਦ ਇਹ ਹੈ ਕਿ ਅਕਾਲ ਪੁਰਖ ਨੇ ਇਹ ਕੁੱਖ ਚੁਗੀ ਹੈ ਗੁਰੂ ਸਾਹਿਬਾਨਾਂ ਵਾਸਤੇ, ਤਾਂ ਆਪਾਂ ਕਿਉਂ ਉਹਨੂੰ ਵਿਸਰੀਏ। ਇਹਦੇ ਇਤਿਹਾਸ ਬਾਰੇ ਵੀ ਬੱਚਿਆਂ ਨੂੰ ਜਾਣੂ ਹੋਣਾ ਚਾਹੀਦਾ। ਔਰ ਮੈਂ ਕਹਿੰਦੀ ਹਾਂ ਕਿ ਅਸੀਂ ਪੜ੍ਹ ਲੈਂਦੇ ਹਾਂ, ਬੜਾ ਆਸਾਨ ਜਿਹਾ ਇੱਕ ਵਰਡ ਹੈ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜ਼ਾਨ। ਕਿਤੇ ਕਿਤੇ ਨਾ ਕਿਤੇ ਸਤਿਕਾਰ ਦੀ ਵੀ ਲੋੜ ਹੈ ਇਹਨਾਂ ਬੀਬੀਆਂ ਦੀ। ਔਰ ਇਹਨਾਂ ਬੀਬੀਆਂ ਦੇ ਗੁਰੂ ਮਹਿਲ ਗੁਰੂ ਬੱਚੀਆਂ ਗੁਰੂ ਮਾਵਾਂ ਦੇ ਦਿਹਾੜੇ ਜਿਹੜੇ ਅਸੀਂ ਮਨਾਉਂਦੇ ਆ, ਉਹਨਾਂ ਦੇ ਨਾਲ ਨਾਲ ਸਾਨੂੰ ਘਰਾਂ ਦੇ ਵਿੱਚ ਵੀ ਬੀਬੀਆਂ ਦਾ ਸਤਿਕਾਰ, ਜਿਹੜੀਆਂ ਗੁਰਮਤਿ ਵੱਲ ਵਧਦੀਆਂ ਉਹਨਾਂ ਦਾ ਵੀ ਸਤਿਕਾਰ ਹੋਣਾ ਚਾਹੀਦਾ। ਸੋ ਇਹ ਜਿਹੜਾ ਸਮਾਗਮ ਹੈ ਹਰ ਮਹੀਨੇ ਹੁੰਦੇ ਨੇ, ਗੁਰੂ ਮਹਿਲ ਗੁਰੂ ਬੱਚੀਆਂ ਗੁਰੂ ਮਾਵਾਂ ਤਿੰਨਾਂ ਦੇ ਦਿਹਾੜੇ ਮਨਾਏ ਜਾਂਦੇ ਨੇ। ਸੋ ਮੇਰੀ ਇਹੀ ਬੇਨਤੀ ਹੈ ਕਿ ਸਤਿਕਾਰ ਵੀ ਚਾਹੀਦਾ ਨਾਲ ਬੀਬੀਆਂ ਦਾ। ਅੱਜ ਦਾ ਸਮਾਗਮ ਮਾਤਾ ਨਾਨਕੀ ਜੀ ਨੂੰ ਸਮਰਪਿਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁਰਬ ਹੁਣੇ ਨਿਕਲੇ ਨੇ। ਸੰਗਤਾਂ ਗੁਰਬਾਣੀ ਵਿਰਸਾ ਸੰਭਾਲਦੀਆਂ ਗਵਾਲੀਅਰ ਆਗਰਾ ਵਿਖੇ ਸਮਾਗਮ ਜਿਹੜੇ ਕਰਕੇ ਆਏ ਨੇ। ਸੋ ਅਸੀਂ ਜਿਹੜੇ ਵੀ ਗੁਰੂ ਸਾਹਿਬਾਨ ਦਾ ਗੁਰਪੁਰਬ ਹੁੰਦਾ ਉਹਨੂੰ ਸਮਰਪਿਤ ਰਿਲੇਟਡ ਜਿਹੜੀ ਮਾਤਾ ਹੁੰਦੇ ਨੇ ਉਹਨਾਂ ਨੂੰ ਅਸੀਂ ਸਮਰਪਿਤ ਸਮਾਗਮ ਇੱਥੇ ਕਰਦੇ ਹਾਂ। ਸਾਡਾ ਅਗਲਾ ਜਿਹੜਾ ਟੀਚਾ ਉਹ ਸਾਡਾ ਇਹ ਸਾਚੇ ਮੇਲ ਮਿਲਾਏ ਸਮਾਗਮ ਕੀਤਾ ਸੀ 3 ਦਿਨ, ਜਿਹਦੇ ਵਿੱਚ ਜੀਵਨ ਜਾਚ ਤੇ ਤਲਾਕ ਰੋਕਣੇ ਔਰ ਬਜ਼ੁਰਗਾਂ ਦਾ ਸਤਿਕਾਰ ਜਿਹੜਾ ਘਰਾਂ 'ਚ ਨਹੀਂ ਅਸੀਂ ਕਰ ਪਾ ਰਹੇ, ਇਹਨਾਂ ਨੂੰ ਬਿਰਧ ਆਸ਼ਰਮ ਨੇ ਭੇਜਣਾ ਜਿਹੜਾ ਇਹ ਗਲਤ ਹੈ, ਤਾਂ ਜਾਂ ਘਰ ਦੇ ਵਿੱਚ ਬੇਅਦਬੀ, ਇਸ ਚੀਜ਼ ਨੂੰ ਮੁੱਖ ਰੱਖ ਕੇ ਜੀਵਨ ਜਾਚ ਪਹਿਲੇ ਸਮਾਗਮ ਜਿਹੜਾ ਰੱਖਿਆ ਗਿਆ ਉਹ ਦੁਬਾਰਾ ਤੋਂ ਆਰੰਭ ਹੋਣ ਜਾ ਰਿਹਾ, ਕਿਉਂਕਿ ਸੰਗਤਾਂ ਦੀ ਬਹੁਤ ਮੰਗ ਹੈ। ਇਹ ਸਮਾਗਮ ਵੀ ਆਰੰਭ ਕੀਤੇ ਜਾ ਰਹੇ ਨੇ। ਇਹ ਸਮਾਗਮ ਪਹਿਲਾ ਜਿਹੜਾ ਸੰਗਤਾਂ ਆਪਣੇ ਆਪਣੇ ਏਰੀਆ 'ਚ ਕਰਾ ਰਹੀਆਂ ਨੇ, ਪਹਿਲਾ ਸਮਾਗਮ ਫਰੀਦਾਬਾਦ 15 ਸੈਕਟਰ 31 ਜੁਲਾਈ ਨੂੰ ਹੋਣ ਜਾ ਰਿਹਾ। ਇਸੇ ਤਰ੍ਹਾਂ ਹਰ ਏਰੀਏ 'ਚ ਜਿਵੇਂ ਆਗਰਾ ਗਵਾਲੀਅਰ ਕਰਕੇ ਆਏ, ਯੂਪੀ, ਫਿਰ ਇੱਦਾਂ ਪੂਨੇ, ਇਹ ਵੱਧ ਕੇ ਇਹ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਆਲ ਵਰਲਡ ਤੇ ਇਹ ਮੈਸੇਜ ਜਾਵੇ। ਤੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਾਂ ਏਕਤਾ ਦੀ ਆਵਾਜ਼ ਦਈਏ, ਸਾਰੇ ਇਕੱਠੇ ਹੋਈਏ, ਆਪਣੀਆਂ ਪਾਰਟੀਆਂ ਤੋਂ ਆਪਣੇ ਰੁਤਬਿਆਂ ਤੋਂ ਉੱਤੇ ਉੱਠ ਕੇ ਇਹ ਅਸੀਂ ਇੱਕ ਹੋਣ ਦੀ ਕੋਸ਼ਿਸ਼ ਕਰੀਏ। ਅਗਰ ਇੱਕ ਸਟੇਜ ਤੇ ਹੋ ਜਾਂਦੇ ਆ ਤੇ ਫਿਰ ਮੋਰਚੇ ਫਤਿਹ ਨੇ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@btcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।